ਦੋਸਤੋ ਪ੍ਰੋਗਰਾਮ ਦੀ ਅਗਲੀ ਖਬਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਫੈਡਰਲ ਗਵਰਨਮੈਂਟ ਦੀ। ਸੋ ਇੱਕ ਜਿਹੜਾ ਮੁੱਦਾ ਬੜੇ ਦਿਨਾਂ ਤੋਂ ਉੱਥੇ ਛਾਇਆ ਹੋਇਆ ਹੈ, ਆਪਾਂ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਡਿਸਕਸ ਕੀਤਾ ਹੈ ਕਿ ਜਿਹੜੀ ਡਿਫੈਂਸ ਫੋਰਸਿਸ ਦੇ ਵਿੱਚ ਸੈਕਸੁਅਲ ਹਰਾਸਮੈਂਟ ਦੀਆਂ ਸ਼ਿਕਾਇਤਾਂ ਉਸ ਬਾਰੇ ਜਿਹੜੀ ਉਹ ਇਸ ਵੇਲੇ ਗੱਲਬਾਤ ਚੱਲ ਰਹੀ ਹੈ। ਜਿਹੜੇ ਐਕਸ ਜਰਨਲ ਨੇ ਕੈਨੇਡੀਅਨ ਆਰਮਡ ਫੋਰਸਿਸ ਦੇ ਜਨਰਲ ਜੋਨਾਥਨ ਵੈਂਸ, ਉਹਨਾਂ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ, ਬਹੁਤ ਸਾਰੀਆਂ ਔਰਤਾਂ ਵੱਲੋਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਨੇ ਉਹਨਾਂ ਨੂੰ ਸੈਕਸੁਅਲੀ ਹਰਾਸ ਕੀਤਾ ਸੀ। ਸੋ ਇਸ ਬਾਰੇ ਇੱਕ ਇਨਕੁਆਇਰੀ ਚੱਲ ਰਹੀ ਹੈ। ਪਰ ਇਸ ਸੰਬੰਧੀ ਜਿਹੜੀ ਡਿਵੈਲਪਮੈਂਟ ਹੋਈ ਸੀ ਪਿਛਲੇ ਦਿਨੀ ਕਿ ਓਮਬਡਸਮੈਨ ਜਿਹੜੇ ਰਹੇ ਨੇ ਕੈਨੇਡੀਅਨ ਆਰਮਡ ਫੋਰਸ ਗੈਰੀ ਵਾਲਬਰਨ, ਉਹਨਾਂ ਨੇ ਕਿਹਾ ਸੀ ਕਿ ਇਸ ਬਾਰੇ ਮੈਂ 3 ਸਾਲ ਪਹਿਲਾਂ ਜਿਹੜੇ ਡਿਫੈਂਸ ਮਿਨਿਸਟਰ ਹਰਜੀਤ ਸੱਜਨ ਉਹਨਾਂ ਨੂੰ ਜਿਹੜਾ ਦੱਸਿਆ ਸੀ ਇੱਕ ਬੰਦ ਕਮਰਾ ਮੀਟਿੰਗ ਦੇ ਵਿੱਚ। ਸੋ ਇਸ ਬਾਰੇ ਹੁਣ ਹਰਜੀਤ ਸੱਜਨ ਉਹਨਾਂ ਨੇ ਮੰਨ ਲਿਆ ਹੈ ਕਿ ਮੈਨੂੰ ਇਸ ਤਰ੍ਹਾਂ ਦੀ ਰਿਪੋਰਟ ਜਿਹੜੀ ਓਮਬਡਸਮੈਨ ਵੱਲੋਂ ਦਿੱਤੀ ਗਈ ਸੀ ਉਸ ਵੇਲੇ ਜਿਹੜੀ ਮਾਰਚ 1 2018 ਨੂੰ ਮੀਟਿੰਗ ਹੋਈ ਸੀ। ਪਰ ਉਹ ਇਹ ਦਲੀਲ ਦੇ ਰਹੇ ਨੇ ਕਮੇਟੀ ਦੇ ਅੱਗੇ ਕਿ ਕਿਉਂਕਿ ਮੈਂ ਇਸ ਦੇ ਵਿੱਚ ਦਖਲ ਅੰਦਾਜ਼ੀ ਕੋਈ ਨਹੀਂ ਦੇਣਾ ਚਾਹੁੰਦਾ ਸੀ ਅਤੇ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਇਸ ਲਈ ਜੋ ਪ੍ਰੋਸੀਜਰ ਹੈ ਉਸ ਨੂੰ ਅਪਣਾਓ, ਜਿਸ ਤਰ੍ਹਾਂ ਦੀ ਲੀਗਲ ਪ੍ਰੋਸੈਸ ਹੋਣਾ ਚਾਹੀਦਾ ਹੈ ਉਸ ਦੇ ਅਕੋਰਡਿੰਗਲੀ ਚੱਲੋ। ਜਿਹੜੀ ਮਿਲਟਰੀ ਪੁਲਿਸ ਹੈ ਉਸ ਨੂੰ ਸ਼ਿਕਾਇਤ ਕਰੋ। ਪਰ ਇਸ ਵੇਲੇ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਬੜੀ ਗੁੰਝਲਦਾਰ ਬਣੀ ਹੋਈ ਹੈ ਕਿਉਂਕਿ ਓਮਬਡਸਮੈਨ ਇਹ ਕਹਿ ਰਹੇ ਨੇ ਕਿ ਮੇਰੀ ਜਿਹੜੀ ਉਹ ਸ਼ਿਕਾਇਤ ਨੂੰ ਉਸ ਵੇਲੇ ਨਹੀਂ ਸੁਣਿਆ ਗਿਆ। ਉਹਨਾਂ ਨੇ ਬਾਅਦ 'ਚ ਆਪਣੀ ਓਪੋਜੀਸ਼ਨ ਵੀ ਛੱਡ ਦਿੱਤੀ। ਤਾਂ ਇਹਦੇ ਬਾਰੇ ਪਾਰਲੀਮੈਂਟਰੀ ਕਮੇਟੀ ਹੀਅਰਿੰਗ ਕਰ ਰਹੀ ਹੈ। ਕੀ ਨਿਕਲੇਗਾ ਇਹ ਆਉਣ ਵਾਲੇ ਦਿਨਾਂ ਵਿੱਚ ਦੇਖਾਂਗੇ। ਪਰ ਹਰਜੀਤ ਸਿੰਘ ਸੱਜਣ ਹੁਣੀ ਇਸ ਸੰਬੰਧੀ ਜਿਹੜਾ ਉਹ ਸਵਾਲਾਂ 'ਚ ਘਿਰੇ ਹੋਏ ਨੇ। ਉਹ ਆਪਣੀ ਜਿਹੜੀ ਇੰਟੀਗ੍ਰਿਟੀ ਆ ਉਹ ਉਸ ਬਾਰੇ ਵੀ ਗੱਲ ਕਰ ਰਹੇ ਨੇ ਕਿ ਮੈਂ ਜਦੋਂ ਵੀ ਮੈਨੂੰ ਸ਼ਿਕਾਇਤਾਂ ਆਉਂਦੀਆਂ ਨੇ ਮੈਂ ਉਸ ਦੇ ਲਈ ਕੰਮ ਕਰਦਾ ਹਾਂ। ਆਪਾਂ ਪਿਛਲੇ ਦਿਨ ਦੇਖਿਆ ਜਸਟਿਨ ਟਰੂਡੋ ਹੁਣੀ ਵੀ ਉਹਨਾਂ ਦੇ ਹੱਕ 'ਚ ਖਲੋਏ ਨੇ। ਪਰ ਜਿਹੜੇ ਪਾਰਲੀਮੈਂਟਰੀ ਕਮੇਟੀ ਹੈ, ਜਿਹੜੇ ਡਿਫਰੈਂਟ ਪਾਰਟੀਜ਼ ਦੇ MPs ਆ, ਉਹਨਾਂ ਨੂੰ ਸਵਾਲ ਕਰ ਰਹੇ ਨੇ ਕਿ ਕੀ ਤੁਹਾਡੀ ਜਿਹੜੀ ਜਨਰਲ ਵੈਂਸ ਨਾਲ ਕੋਈ ਜਿਹੜੀ ਨਜ਼ਦੀਕੀ ਰਹੀ ਹੈ, ਕਿਉਂਕਿ ਤੁਸੀਂ ਵੀ ਆਰਮਡ ਫੋਰਸਿਸ ਦੇ ਵਿੱਚ ਕੰਮ ਕੀਤਾ ਹੋਇਆ ਇੰਨਾ ਲੰਬਾ ਸਮਾਂ, ਕੀ ਉਸ ਕਰਕੇ ਤੁਸੀਂ ਉਹਨਾਂ ਦੀ ਫੇਵਰ ਕਰ ਰਹੇ ਸੀ? ਪਰ ਉਹ ਇਸ ਚੀਜ਼ ਨੂੰ ਨਕਾਰ ਰਹੇ ਨੇ ਹਰਜੀਤ ਸੱਜਣ। ਪਰ ਹੁਣ ਇਹ ਇਨਕੁਆਇਰੀ ਜਦੋਂ ਕੰਪਲੀਟ ਹੋਵੇਗੀ, ਇਨਕੁਆਇਰੀ ਕਮੇਟੀ ਜੋ ਰਿਪੋਰਟ ਦੇਵੇਗੀ ਉਸ 'ਤੇ ਜਿਹੜੀ ਨਿਗਾਹ ਫੈਡਰਲ ਪੋਲੀਟਿਕਸ 'ਤੇ ਵੱਖਰੀਆਂ ਪਾਰਟੀਆਂ ਦੀ ਵੀ ਲੱਗੀ ਰਹੇਗੀ। ਪਰ ਨਾਲ ਦੀ ਨਾਲ ਜਿਹੜੀ ਆਰਮਡ ਫੋਰਸਿਸ 'ਚ ਮਹਿਲਾਵਾਂ ਔਰਤਾਂ ਕੰਮ ਕਰਦੀਆਂ ਨੇ ਉਹ ਵੀ ਇਸ ਵੱਲ ਲਗਾਤਾਰ ਦੇਖ ਰਹੀਆਂ ਨੇ ਕਿਉਂਕਿ ਜੇਕਰ ਇਹਨਾਂ ਸ਼ਿਕਾਇਤਾਂ ਦੇ ਬਾਰੇ ਸਹੀ ਇਨਕੁਆਇਰੀ ਹੁੰਦੀ ਹੈ ਤਾਂ ਹੀ ਜਿਹੜਾ ਉਹਨਾਂ ਦਾ ਹੌਸਲਾ ਵਧੇਗਾ। ਉਹਨਾਂ ਨੂੰ ਲੱਗੇਗਾ ਕਿ ਸਾਡੀ ਸੁਣਵਾਈ ਹੋ ਰਹੀ ਆ, ਜੇਕਰ ਸਹੀ ਬਿਲਕੁਲ ਪਾਰਦਰਸ਼ੀ ਢੰਗ ਦੇ ਨਾਲ ਰਿਪੋਰਟ ਸਾਹਮਣੇ ਜਦੋਂ ਆਵੇਗੀ। ਸੋ ਦੋਸਤੋ ਆਪਾਂ ਦੇਖਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਉਹ ਮਿਲਦੀਆਂ ਰਹਿੰਦੀਆਂ ਨੇ ਜਿਸ ਦੇ ਵਿੱਚ ਔਰਤਾਂ ਨੂੰ ਕਿਸੇ ਵੀ ਇਨਵਾਇਰਮੈਂਟ 'ਚ, ਉਹ ਭਾਵੇਂ ਡਿਫੈਂਸ ਫੋਰਸ ਦਾ ਚਾਹੇ ਕੋਈ ਆਫਿਸ ਇਨਵਾਇਰਮੈਂਟ ਹੈ, ਉੱਥੇ ਉਹਨਾਂ ਨੂੰ ਕੋਈ ਨਾ ਕੋਈ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਉਹ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਅਤੇ ਇਸ ਦੇ ਸੰਬੰਧੀ ਔਰਤਾਂ ਤਾਂ ਹੀ ਅੱਗੇ ਆ ਸਕਦੀਆਂ ਨੇ ਜੇਕਰ ਉਹਨਾਂ ਦੀ ਸ਼ਿਕਾਇਤ ਨੂੰ ਸਹੀ ਢੰਗ ਨਾਲ ਇਨਸਾਫ ਮਿਲੇਗਾ ਅਤੇ ਨਾਲ ਜੇਕਰ ਕੋਈ ਨਜਾਇਜ਼ ਕਿਸੇ 'ਤੇ ਸ਼ਿਕਾਇਤ ਹੁੰਦੀ ਹੈ ਉਹਨੂੰ ਵੀ ਇਨਸਾਫ ਮਿਲੇਗਾ। ਸੋ ਆਪਣੀ ਰਿਪੋਰਟ ਦੇ ਵਿੱਚ ਦੇਖਦੇ ਹਾਂ ਕਿ ਕੀ ਇਨਕੁਆਇਰੀ ਚੱਲ ਰਹੀ ਹੈ ਅਤੇ ਇਸ ਬਾਰੇ ਹਰਜੀਤ ਸਿੰਘ ਸੱਜਣ ਹੋਣੀ ਜਿਹੜੇ ਡਿਫੈਂਸ ਮਿਨਿਸਟਰ ਨੇ ਕੈਨੇਡਾ ਦੇ, ਉਹ ਕੀ ਕਹਿ ਰਹੇ ਨੇ। ਜਿਸਮਾਨੀ ਸ਼ੋਸ਼ਣ ਦੇ ਆਰੋਪਾਂ ਅਧੀਨ ਕੈਨੇਡਾ ਦੇ ਟਾਪ ਮਿਲਟਰੀ ਕਮਾਂਡਰ ਜਨਰਲ ਜੋਨਾਥਨ ਵੈਂਸ ਨੂੰ ਅਸਤੀਫਾ ਦੇਣਾ ਪਿਆ ਸੀ। ਉਹਨਾਂ ਉੱਪਰ ਫੌਜ ਦੇ ਇੱਕ ਮਹਿਲਾ ਅਧਿਕਾਰੀ ਨੇ ਜਿਸਮੀ ਸ਼ੋਸ਼ਣ ਦੇ ਆਰੋਪ ਲਗਾਏ ਸਨ। ਉਸ ਤੇ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਇਹ ਮਾਮਲਾ ਤਕਰੀਬਨ 3 ਸਾਲ ਪਹਿਲਾਂ ਮਾਰਚ 2018 ਵਿੱਚ ਉਹਨਾਂ ਦੀ ਨਜ਼ਰ ਵਿੱਚ ਆਇਆ ਸੀ, ਪਰ ਕੋਈ ਪੁਖਤਾ ਸਬੂਤ ਨਾ ਹੋਣ ਕਾਰਨ ਉਹਨਾਂ ਨੇ ਇਸ ਤੇ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਸਨ। ਇਸ ਬਿਆਨ ਤੇ ਹੁਣ ਸਿਆਸਤ ਭਖਣੀ ਸ਼ੁਰੂ ਹੋ ਚੁੱਕੀ ਹੈ ਅਤੇ NDP ਦੇ MP ਰੈਂਡਲ ਗੈਰਿਸਨ ਨੇ ਆਰੋਪ ਲਗਾਇਆ ਹੈ ਕਿ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਇਸ ਦੀ ਸੁਚੱਜੇ ਢੰਗ ਨਾਲ ਜਾਂਚ ਕੀਤੀ ਹੈ। I guess I want to turn to the part of Mr. Walborn's testimony that you have actually confirmed today, and that is that you refused to look at the evidence that he was presenting on the accusations of a serious sexual misconduct against the Chief of Defense Staff. So you refused to look at that information. I've tried for the life of me to figure out why you would not look at that. There was no investigation taking place at that time. So what could the possible reasons be? And I'm going to suggest there are 2 possible reasons. One is that you didn't want to see the evidence of misconduct against General Vance because you have a long personal and professional and career relationship with the general. The second possibility is that you did not want to see the evidence
because as Major Brennan has told the media, knowledge of General Vance's sexual misconduct allegations were widespread among the senior leadership. So did you not want to see this evidence because you were afraid you knew what was there? ਆਪਣਾ ਪੱਖ ਰੱਖਦੇ ਹੋਏ ਕੁਝ ਦਿਨ ਪਹਿਲਾਂ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਵੱਲੋਂ ਕਿਹਾ ਗਿਆ ਸੀ ਕਿ ਮਿਲਟਰੀ ਵਿੱਚ ਕਿਸੇ ਵੀ ਤਰ੍ਹਾਂ ਦਾ ਦੁਰਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲੇ ਪਿੱਛੇ ਭਾਵੇਂ ਕੋਈ ਵੀ ਜ਼ਿੰਮੇਵਾਰ ਕਿਉਂ ਨਾ ਹੋਵੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਜੇ ਸੈਨਾ ਵਿੱਚ ਅਜਿਹੀ ਸ਼ਿਕਾਇਤ ਮਿਲਦੀ ਹੈ ਤਾਂ ਫਿਰ ਅਸੀਂ ਕਿਸੇ ਦੇ ਰੈਂਕ ਕਿਸੇ ਦੇ ਅਹੁਦੇ ਦੀ ਪਰਵਾਹ ਨਹੀਂ ਕਰਦੇ, ਸਗੋਂ ਉਸ ਸੰਬੰਧ ਦੇ ਵਿੱਚ ਸਖਤ ਕਾਰਵਾਈ ਕੀਤੀ ਜਾਂਦੀ ਹੈ ਤੇ ਅਸੀਂ ਸਭ ਕੁਝ ਗੰਭੀਰਤਾ ਨਾਲ ਲੈਂਦੇ ਹਾਂ। ਦੂਸਰੇ ਪਾਸੇ ਐਨਡੀਪੀ ਦੇ ਐਮਪੀ ਰੈਂਡਲ ਗੈਰਿਸਨ ਨੇ ਡਿਫੈਂਸ ਮਿਨਿਸਟਰ ਤੇ ਆਰੋਪ ਲਾਉਂਦਿਆਂ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਿਉਂ ਨਹੀਂ ਕੀਤੀ ਗਈ। ਗੈਰਿਸਨ ਨੇ ਨਾਲ ਹੀ ਕਿਹਾ ਕਿ ਜੋਨਾਥਨ ਵੈਂਸ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਦੇ ਮਿੱਤਰ ਸਨ, ਇਸ ਕਰਕੇ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਨਹੀਂ ਕੀਤੀ ਗਈ। ਜਿਸ ਤੇ ਜਵਾਬ ਦਿੰਦਿਆਂ ਹਰਜੀਤ ਸਿੰਘ ਸੱਜਣ ਵੱਲੋਂ ਕਿਹਾ ਗਿਆ ਕਿ ਜੋਨਾਥਨ ਵੈਂਸ ਉਹਨਾਂ ਦੇ ਦੋਸਤ ਨਹੀਂ ਹਨ ਅਤੇ ਇਸ ਮਾਮਲੇ ਤੇ ਉਹਨਾਂ ਵੱਲੋਂ ਜਾਂਚ ਪੜਤਾਲ ਕਰਨ ਦੇ ਹੁਕਮ ਦਿੱਤੇ ਗਏ ਸਨ। ਡਿਫੈਂਸ ਮਿਨਿਸਟਰ ਨੇ ਨਾਲ ਹੀ ਕਿਹਾ ਕਿ ਉਹਨਾਂ ਦੀ ਛਵੀ ਨੂੰ ਖਰਾਬ ਨਾ ਕੀਤਾ ਜਾਵੇ ਕਿਉਂਕਿ ਉਹਨਾਂ ਵੱਲੋਂ ਕਦੇ ਵੀ ਇਸ ਤਰ੍ਹਾਂ ਦੇ ਸ਼ੋਸ਼ਣ ਦਾ ਸਮਰਥਨ ਨਹੀਂ ਕੀਤਾ ਗਿਆ। ਉਹਨਾਂ ਨਾਲ ਹੀ ਐਨਡੀਪੀ ਲੀਡਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਕਿਸੇ ਦਾ ਹੱਕ ਨਹੀਂ ਬਣਦਾ ਕਿ ਉਹ ਮੇਰੀਆਂ ਮਿਲਟਰੀ ਦੇ ਵਿੱਚ ਦਿੱਤੀਆਂ ਸਰਵਿਸਿਜ਼ ਅਤੇ ਐਕਸਪੀਰੀਅੰਸ ਬਾਰੇ ਸਵਾਲ ਖੜੇ ਕਰਨ। Let me answer this very directly. Please do not allow any other member to define my experience or my service in the Canadian Armed Forces. And I don't like other men telling me what my experience was like. And I can assure you, and I'm sorry to get angry about this, that I would go after anybody regardless of rank or position if allegation brought forward. The reason, and you say the investigation not started, I disagree. When an ombudsman receives a complaint, the process has started. For me to accept any information at that time is interference in the investigation. I'm sorry, Madam Chair. Please don't have this member to define my experience in the Canadian Armed Forces or what it was like. Because I would not do it for what happened in your life either, okay? I'm sorry. I've had many people, many white men trying to tell me what my experience is. And right now I want to talk about the women and what better we can do for them. So please don't do that, Mr. Garrison, to me. Well, Mr. Minister, I said nothing about your honorable service in the Canadian Forces. Nothing whatsoever. What I'm asking about today. You said that I was hiding something because of service. Please don't do that. Because don't define my experience in the Canadian Armed Forces. Not because of service. You have no idea what my life was in the Canadian Armed Forces. Thank you. ਇਸ ਮੁੱਦੇ ਤੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਦਾ ਸਮਰਥਨ ਕੀਤਾ ਗਿਆ ਸੀ, ਜਦਕਿ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਇਸ ਵਕਤ ਰੱਖਿਆ ਮੰਤਰੀ ਬਣੇ ਹੋਏ ਹਨ।